ਤਾਂ ਲਾਸਟ ਰਾਜੇ ਬੇਟਾ ਆਪਾਂ ਕਰ ਰਹੇ ਸੀ ਵੀ ਆਪਾਂ ਨੇ ਐਰੋਮੈਟਿਕ ਜਿਹੜਾ ਐਲਡੀਹਾਈਡ ਬਣਾਉਣਾ ਅਲਕਾਈਲ ਬੈਂਜ਼ੀਨ ਤੋਂ। ਲੇਕਿਨ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਐਕਸਟਰਾ ਪੁਆਇੰਟ ਦੱਸਿਆ ਸੀ ਵੀ ਪਰ ਅਲਕਾਈਲ ਬੈਂਜ਼ੀਨ ਨਾ ਜਿਹੜੇ ਆਕਸੀਡਾਈਜ਼ਿੰਗ ਏਜੰਟ ਨੇ ਐਸਡੀਫਾਈਡ ਪੋਟਾਸ਼ੀਅਮ ਡਾਈਕ੍ਰੋਮੇਟ ਜਾਂ ਐਸਡੀਫਾਈਡ ਪੋਟਾਸ਼ੀਅਮ ਪਰਮੈਂਗਨੇਟ ਜਾਂ ਕਨਸਨਟ੍ਰੇਟਿਡ ਨਾਈਟ੍ਰਿਕ ਐਸਿਡ, ਉਹ ਜਦੋਂ ਅਲਕਾਈਲ ਬੈਂਜ਼ੀਨ ਨੂੰ ਆਕਸੀਡਾਈਜ਼ ਕਰਦੇ ਸੀ ਤਾਂ ਪਹਿਲਾਂ ਬੈਂਜ਼ਲਡੀਹਾਈਡ ਬਣਦਾ ਸੀ, ਲੇਕਿਨ ਨਾਲ ਦੀ ਨਾਲ ਬੈਂਜ਼ੋਇਕ ਐਸਿਡ ਬਣ ਜਾਂਦਾ ਸੀ। ਔਰ ਆਪਾਂ ਕਿਹਾ ਸੀ ਵੀ ਆਪਾਂ ਮੈਥਡ ਉਹ ਕਰਨੇ ਨੇ ਜੋ ਇਸ ਬੈਂਜ਼ਲਡੀਹਾਈਡ ਦੇ CHO ਨੂੰ ਆਪਾਂ ਇਹ ਕੀਤਾ ਸੀ ਲਾਸਟ, ਦੇਖੋ ਆਹ ਵਾਲਾ, ਠੀਕ ਹੈ, ਜੋ ਬੈਂਜ਼ਲਡੀਹਾਈਡ ਦੇ CHO ਨੂੰ ਆਪਾਂ ਪ੍ਰੋਟੈਕਟ ਕਰ ਸਕੀਏ ਵੀ ਤਾਂ ਕਿ ਇਹ CHO ਦੀ ਫਰਦਰ ਆਕਸੀਡੇਸ਼ਨ ਹੋ ਕੇ ਬੈਂਜ਼ੋਇਕ ਐਸਿਡ ਨਾ ਬਣੇ। ਠੀਕ ਹੈ, ਤਾਂ ਵੈਸੇ ਆਹ ਤੁਹਾਨੂੰ ਮੈਂ ਐਕਸਟਰਾ ਪੁਆਇੰਟ ਦੱਸਦੇ ਸੀ ਵੀ ਵੈਸੇ ਅੱਗੇ ਜਾ ਕੇ ਲੋੜ ਪਊਗੀ, ਤਾਂ ਇਹ ਪੁਆਇੰਟ ਆਪਾਂ ਕਰ ਲਏ ਸੀ। ਲੇਕਿਨ ਐਕਚੁਅਲ ਹੁਣ ਟੌਪਿਕ ਆਪਾਂ ਕਰਨਾ ਮੈਥਡਸ ਆਫ ਪ੍ਰੋਟੈਕਸ਼ਨ। ਆਪਾਂ ਜਿਹੜਾ ਬੈਂਜ਼ਲਡੀਹਾਈਡ ਦਾ CHO ਇਹਨੂੰ ਪ੍ਰੋਟੈਕਟ ਕਰਨਾ ਹੈਗਾ ਵੀ ਤਾਂ ਕਿ ਫਰਦਰ ਆਕਸੀਡਾਈਜ਼ ਨਾ ਹੋਵੇ। ਔਰ ਆਪਾਂ ਇਹ ਕਹਿ ਸਕਦੇ ਹਾਂ ਵੀ ਆਪਾਂ ਸਿਲੈਕਟਿਵਿਟੀ ਲੈ ਕੇ ਆਉਣੀ ਆ। ਸਿਲੈਕਟਿਵਿਟੀ ਦਾ ਮਤਲਬ ਕਿ ਆਪਾਂ ਅਪ ਟੂ ਦੀ ਸਟੇਜ ਆਫ ਬੈਂਜ਼ਲਡੀਹਾਈਡ ਸਿਲੈਕਟ ਕਰਨੀ ਹੈ ਰਿਐਕਸ਼ਨ। ਠੀਕ ਹੈ, ਸੋ ਇਹ ਮੈਥਡਸ ਆਫ ਪ੍ਰੋਟੈਕਸ਼ਨ ਇਹ 4 ਨੇ, 1 ਬਾਏ 1 ਕਰਕੇ ਆਪਾਂ ਡਿਸਕਸ ਕਰਦੇ ਹਾਂ। ਮੈਥਡ ਆਫ ਪ੍ਰੋਟੈਕਸ਼ਨ ਦਾ ਮਤਲਬ ਟੂ ਪ੍ਰੋਟੈਕਟ CHO ਫਰੋਮ ਆਕਸੀਡੇਸ਼ਨ, ਫਰੋਮ ਫਰਦਰ ਆਕਸੀਡੇਸ਼ਨ। ਠੀਕ ਹੈ, ਸੋ ਮੈਂ ਟੌਪਿਕ ਦਾ ਨਾਮ ਲਿਖਦਾ ਮੈਥਡਸ ਆਫ ਪ੍ਰੋਟੈਕਸ਼ਨ। ਠੀਕ ਹੈ, ਕਿਹਦੇ? CHO ਦੇ। ਪਹਿਲਾ ਮੈਥਡ ਦਾ ਨੇਮ ਹੈ use of chromic oxide. Use of chromic oxide is also called chromium trioxide. ठीक है, in acetic anhydride। ठीक है, फर्स्ट मैथड है जी। सो मैं अपना अल्काइल बेंजीन ही सिलेक्ट करदा। सिंपल अल्काइल बेंजीन इज टोलुइन। ठीक है, टोलुइन। यूज ऑफ chromic oxide also called chromium trioxide। ठीक है, इन एसिटिक एनहाइड्राइड। सो ये काफ़ी बार ਆਪਾਂ ਕੀਤਾ ਜੀ एसिटिक एनहाइड्राइड। फॉर्मूला मैं लिख देना, बहुत बार पढ़िया ਆਪਾਂ ਇਹ टर्म 1 ਚ ਵੀ काफ़ी बार पढ़िया एसिटिक एनहाइड्राइड। ठीक है जी, ਇਹ ਨੌਨ ਐਕੁਸ ਮੀਡੀਅਮ ਦੇ ਵਿੱਚ ਹੁੰਦਾ ਹੈਗਾ ਜਿਹੜਾ ਆਕਸੀਡਾਈਜ਼ਿੰਗ ਏਜੰਟ ਹੈ ਨਾ CrO3 ਨੌਨ ਐਕੁਸ ਮੀਡੀਅਮ 'ਚ। ਆਪਾਂ ਪਹਿਲਾਂ ਦੱਸਿਆ ਐਕੁਸ ਮੀਡੀਅਮ 'ਚ ਉਹ ਐਕੁਸ ਹੀ ਤਿਆਰ ਹੁੰਦੇ ਨੇ, ਪੋਟਾਸ਼ੀਅਮ ਡਾਈਕ੍ਰੋਮੇਟ, ਪਰਮੈਂਗਨੇਟ, ਨਾਈਟ੍ਰਿਕ ਐਸਿਡ। ਤਾਂ ਉਹਦੇ ਵਿੱਚ ਆਪਾਂ ਨੇਸੈਂਟ ਆਕਸੀਜਨ ਦਾ ਕੰਟਰੋਲ ਆਪਾਂ ਕਰ ਨਹੀਂ ਸਕਦੇ, ਤਾਂ ਇਹ ਨੌਨ ਐਕੁਸ ਮੀਡੀਅਮ ਦੇ ਵਿੱਚ ਤਿਆਰ ਹੈ। ਜਿਹੜਾ CrO3 ਹੈ ਇਹ ਆਕਸੀਡਾਈਜ਼ਿੰਗ ਏਜੰਟ ਹੈ ਜੋ ਨੌਨ ਐਕੁਸ ਮੀਡੀਅਮ 'ਚ ਤਿਆਰ ਕੀਤਾ ਹੋਇਆ। ਔਰ ਇਹ ਰਾਜੇ ਇਹਦੇ ਵਿੱਚ ਪ੍ਰੋਟੈਕਟਿੰਗ ਰੀਏਜੈਂਟ ਹੈ ਐਸਿਟਿਕ ਐਨਹਾਈਡਰਾਈਡ, ਇਹ ਪ੍ਰੋਟੈਕਟ ਕਰੂਗਾ। ਠੀਕ ਹੈ, ਕਾਫੀ ਕਾਮਨ ਪ੍ਰੋਟੈਕਟਿੰਗ ਰੀਏਜੈਂਟ ਹੈ ਆਰਗੈਨਿਕ ਕੈਮਿਸਟਰੀ ਦਾ ਐਸਿਟਿਕ ਐਨਹਾਈਡਰਾਈਡ। ਸੋ ਕਿਵੇਂ ਹੈ? ਆਕਸੀਡੇਸ਼ਨ ਦਾ ਮਤਲਬ ਐਡੀਸ਼ਨ ਆਫ ਆਕਸੀਜਨ and removal of hydrogen। so O ਇਹ ਗਰੁੱਪ ਅੰਦਰ ਆ ਜਾਊਗਾ OCO। ठीक है, CH3 ऑक्सीडेशन होगी OCO CH3। ठीक है, जो क्रोमियम ट्राईऑक्साइड है ਉਹਦੀ ਜਿਹੜੀ ਨੇਸੈਂਟ ਆਕਸੀਜਨ ਹੈ, ਜਿਹੜੀ ਮਰਜ਼ੀ ਮੰਨ ਲਓ, ਚਾਹੇ ਆਹ ਮੰਨ ਲਓ ਚਾਹੇ ਆਹ ਮੰਨ ਲਓ। ਠੀਕ ਹੈ, ਉਹਦੀ ਨੇਸੈਂਟ ਆਕਸੀਜਨ ਨੇ ਇਸ ਗਰੁੱਪ ਨੂੰ ਜਿਹੜਾ CH3 ਲੱਗਾ ਹੈ ਆਕਸੀਡਾਈਜ਼ ਕਰਤਾ, ਹਾਈਡਰੋਜਨ ਬਾਹਰ ਕੱਢਤੀ। ਠੀਕ ਹੈ, ਉਹ ਇਨ ਦੀ ਫਾਰਮ ਆਫ ਵਾਟਰ ਬਾਹਰ ਜਾਊਗੀ, ਉਹ ਦਿਖਾਉਣ ਦੀ ਲੋੜ ਨਹੀਂ ਹੁੰਦੀ। ਠੀਕ ਹੈ, ਔਰ ਜੋ ਇਹਦੀ ਨੇਸੈਂਟ ਆਕਸੀਜਨ ਹੈ ਉਹਨੇ ਇਹਨੂੰ ਆਕਸੀਡਾਈਜ਼ ਕਰਤਾ। ਮੰਨ ਕੇ ਚਲੋ ਆਹ ਇਹਦੀ ਨੇਸੈਂਟ ਆਕਸੀਜਨ ਹੈ, ਇਹ ਵੀ ਹੋ ਸਕਦੀ ਹੈ। ਜਿਹੜਾ ਪੂਰਾ ਗਰੁੱਪ ਆ ਇਹਨੇ ਜਿਹੜਾ CHO ਪਾਰਟ ਹੈ ਉਹਨੂੰ, ਵੱਡਾ ਗਰੁੱਪ ਹੈ ਨਾ, ਉਹਨੂੰ ਕੀ ਕਰ ਲਿਆ? ਪ੍ਰੋਟੈਕਟ ਕਰ ਲਿਆ ਟੂ ਪ੍ਰੀਵੈਂਟ ਇਟ ਫਰੋਮ ਫਰਦਰ ਆਕਸੀਡੇਸ਼ਨ। ਠੀਕ ਹੈ, ਇਹਨੂੰ ਬੋਲਦੇ ਨੇ ਜੈਮ ਡਾਈਐਸੀਟੇਟ। ਜੈਮ ਕਾਫੀ ਵਾਰ ਆਪਾਂ ਵਰਡ ਪੜ੍ਹਿਆ। ਜੈਮ ਦਾ ਮਤਲਬ ਹੁੰਦਾ ਔਨ ਦੀ ਸੇਮ ਕਾਰਬਨ, ਜੈਮੀਨਲ ਤੋਂ ਸ਼ਾਰਟ ਬਣਾਇਆ ਹੋਇਆ। ਜੈਮ ਡਾਈਐਸੀਟੇਟ ਦਾ ਮਤਲਬ ਦੋ ਐਸੀਟੇਟ ਲੱਗੇ ਹੋਏ ਨੇ CH3COO CH3COO। ਠੀਕ ਹੈ,
आ सारा ग्रुप यही हो गया ना, देखो CH3COO CuCH3 आ पिया सारा CH3COO, ठीक है। आ सारे ग्रुप ने इनू प्रोटैक्ट कर लिया। तो इनू बोलते हैं रजे बेंजाइलिडीन डाईएसीटेट। इस ग्रुप का नाम की है कंपाउंड का बेंजाइलिडीन। ਜਿਹੜਾ ਬੈਂਜ਼ੀਨ ਨਾਲ ਕੱਲਾ CH2 ਲੱਗਿਆ ਹੁੰਦਾ ਉਹਨੂੰ ਕਹਿੰਦੇ ਨੇ ਬੈਂਜ਼ਾਈਲ। ਅਗਰ ਆਪਾਂ ਇੱਕ H ਹੋਰ ਹਟਾ ਦਈਏ ਔਰ ਬੌਂਡ ਖਾਲੀ ਕਰ ਦਈਏ ਉਹਨੂੰ ਕਹਿੰਦੇ ਨੇ ਬੈਂਜ਼ਾਈਲੀਡੀਨ। ਪੜ੍ਹਿਆ ਹੋਇਆ ਆਪਾਂ ਟਰਮ 1 'ਚ। ਜਿਵੇਂ CH3 CH2 ਨੂੰ ਬੋਲਦੇ ਨੇ ਇਥਾਈਲ, ਜੇ ਇੱਕ ਹਾਈਡਰੋਜਨ ਹੋਰ ਕੱਢ ਦਈਏ ਬੌਂਡ ਖਾਲੀ ਕਰ ਦਈਏ ਇਥਾਈਲੀਡੀਨ। ਐਵੇਂ ਆਪਾਂ ਆਈਸੋਪ੍ਰੋਪਾਈਲੀਡੀਨ ਵੀ ਪੜ੍ਹਿਆ ਹੋਇਆ। ਤਾਂ ਇਹਨੂੰ ਬੋਲਦੇ ਨੇ ਬੈਂਜ਼ਾਈਲੀਡੀਨ ਡਾਈਐਸੀਟੇਟ। ਇਹ ਇੱਕ ਤਰ੍ਹਾਂ ਦਾ ਜੈਮ ਡਾਈਐਸੀਟੇਟ ਹੈ, ਜੈਮ ਡਾਈਐਸੀਟੇਟ, ਠੀਕ ਹੈ। ਸੋ ਇਹਨੂੰ ਆਈਸੋਲੇਟ ਕਰ ਲੈਂਦੇ ਨੇ, ਇਹਨੇ ਆਪਣੀ ਕੰਟਰੋਲ 'ਚ ਕਰਤੀ ਆਕਸੀਡੇਸ਼ਨ। ਆਪਾਂ ਨੂੰ ਮੌਕਾ ਮਿਲ ਗਿਆ CH ਨੂੰ ਪ੍ਰੋਟੈਕਟ ਕਰਨ ਦਾ, ਕਿਉਂਕਿ ਉਹ ਪ੍ਰੋਟੈਕਸ਼ਨ ਇਹਨੇ ਦਿੱਤੀ ਐਸਟਿਕ ਐਨਹਾਈਡਰਾਈਡ ਨੇ, ਠੀਕ ਹੈ। ਸੋ ਇਹਨੂੰ ਆਈਸੋਲੇਟ ਕਰ ਲੈਂਦੇ ਨੇ। ਆਈਸੋਲੇਟ ਕਰਨ ਤੋਂ ਬਾਅਦ ਹੁਣ ਤੁਸੀਂ ਦੇਖੋ ਆਪਣੇ ਆਪ ਸੋਚ ਕੇ ਵੀ ਆਪਾਂ ਕੀ ਕਰਾਂਗੇ ਇਹਦੇ 'ਤੇ। ਦੇਖੋ ਸਾਨੂੰ ਚਾਹੀਦਾ ਸਿਰਫ ਇਹ ਵਾਲਾ CHO, ਜਿਵੇਂ ਮਰਜ਼ੀ ਪੜ੍ਹ ਲਓ ਚਾਹੇ ਪੜ੍ਹ ਲਓ CHO, ਅਤੇ ਇੱਕੋ ਹੀ ਗੱਲ ਹੈ, ਸਾਨੂੰ CHO ਚਾਹੀਦਾ। ਅਤੇ ਸਾਡੇ ਲਈ ਹੁਣ ਪ੍ਰੋਟੈਕਸ਼ਨ ਮਿਲ ਚੁੱਕੀ ਆ, ਹੁਣ ਉਹ ਸਾਨੂੰ ਚੀਜ਼ ਚਾਹੀਦੀ ਨਹੀਂ, ਕੰਮ ਉਹਦਾ ਖਤਮ, ਅਸੀਂ ਉਹਨੂੰ ਬਾਹਰ ਕੱਢਣਾ ਚਾਹੁੰਦੇ ਹਾਂ ਤਾਂ ਕਿ ਸਾਡਾ ਬੈਂਜ਼ਲਡੀਹਾਈਡ ਬਣ ਜੇ। ਤਾਂ ਤੁਸੀਂ ਆਪਣੇ ਆਪ ਪੌਜ਼ ਕਰਕੇ ਸੋਚ ਕੇ ਦੇਖਿਓ ਵੀ ਉਰੇ ਕੀ ਹੋਣਾ ਚਾਹੀਦਾ। ਮੈਂ ਤੁਹਾਨੂੰ ਸਮਝਾਉਣਾ। ਜੇ ਸਪੋਜ਼ ਕਰੋ ਮੈਨੇ ਆਹ ਚੀਜ਼ ਰੱਖਣੀ ਆ CHO, ਹੈ ਨਾ, ਇਹ ਰੱਖਣਾ, ਬਾਹਰ ਕਿਹੜਾ ਕੱਢਣਾ CH3CO ਅਤੇ CH3COO। ਅੰਡਰਸਟੂਡ ਗੱਲ ਆ। ਜਿਹੜਾ CH3COO ਆ ਇਹ 'ਤੇ ਨੈਗੇਟਿਵ ਚਾਰਜ ਹੋਊਗਾ, ਔਰ ਜਿਹੜਾ CH3CO ਆ ਕਾਰਬਨ 'ਤੇ ਚਾਰਜ ਪੋਜ਼ਿਟਿਵ ਹੋਊਗਾ। ਹੁਣ ਕੋਈ ਇਹੋ ਜਿਹੀ ਚੀਜ਼ ਆਪਾਂ ਇਹ 'ਚ ਪਾਈਏ ਵੀ ਤਾਂ ਕਿ CHO ਆਪਾਂ ਨੂੰ ਬੈਂਜ਼ਲਡੀਹਾਈਡ ਮਿਲ ਜਾਵੇ, ਔਰ CH3COO ਨੈਗੇਟਿਵ ਇਹ ਵੀ ਬਾਹਰ ਚਲਾ ਜਾਏ, ਇਹਦੇ 'ਤੇ ਨੈਗੇਟਿਵ ਚਾਰਜ ਹੈ ਇਸ ਆਕਸੀਜਨ 'ਤੇ, ਔਰ CH3CO ਇਸ ਕਾਰਬਨ 'ਤੇ ਪੋਜ਼ਿਟਿਵ ਹੈ। ਤਾਂ ਦਿਸ ਐਕਸ਼ਨ ਇਜ਼ ਫੋਲੋਡ ਬਾਏ, ਸੋ ਪੌਜ਼ ਕਰਕੇ ਦੇਖਿਓ ਤੁਸੀਂ ਸਹੀ ਸੋਚਿਆ। ਦਿਸ ਐਕਸ਼ਨ ਇਜ਼ ਫੋਲੋਡ ਬਾਏ ਹਾਈਡਰੋਲਿਸਿਸ H2O, ਠੀਕ ਹੈ, ਹਾਈਡਰੋਲਿਸਿਸ। ਸੋ ਇਹਦੇ ਵਿੱਚ ਜੋ ਇਹ ਤਾਂ ਕੈਟਲਿਸਟ ਹੋ ਗਿਆ H ਪੋਜ਼ਿਟਿਵ, ਜਿਹੜਾ H2O ਦਾ H ਪੋਜ਼ਿਟਿਵ ਹੈ ਉਹ ਇਹ ਖਿੱਚ ਲੂਗਾ O ਨੈਗੇਟਿਵ, ਤਾਂ ਪ੍ਰੋਡਕਟ ਬਣ ਜੂ CH3COOH। ਜਿਹੜਾ ਇਹਦਾ OH ਨੈਗੇਟਿਵ ਹੈ ਵਾਟਰ ਦਾ, ਆਹ ਵਾਲੀ ਕਾਰਬਨ ਖਿੱਚ ਲੂਗੀ, ਬਣ ਫਿਰ ਵੀ ਉਹੀ ਜਾਊਗਾ CH3COOH, ਯਾਨੀ ਕਿ 2 moles of ਐਸਟਿਕ ਐਸਿਡ ਇਜ਼ ਰਿਮੂਵਡ ਐਂਡ ਦਾ ਮੇਨ ਜਿਹੜਾ ਆਪਣੀ ਪ੍ਰੈਫਰੈਂਸ ਸੀ ਬਣਾਉਣ ਦੀ ਉਹ ਬਣ ਗਿਆ ਬੈਂਜ਼ਲਡੀਹਾਈਡ। ਦਿਸ ਇਜ਼ ਦੀ ਫਸਟ ਮੈਥਡ, ਯੂਜ਼ ਆਫ chromic oxide in acetic anhydride. Now the name of second method is use of chromyl chloride. The second method, ਇਹ ਮੈਥਡ ਉੱਪਰ ਨਾਲੋਂ ਵੀ ਵਧੀਆ ਮੈਥਡ ਹੈ, use of chromyl chloride, ਠੀਕ ਹੈ। chromyl chloride ਦਾ ਫਾਰਮੂਲਾ ਹੁੰਦਾ CrO2Cl2, ਠੀਕ ਹੈ, CrO2Cl2 chromyl chloride। ਸੋ ਇਹਦਾ ਇੱਕ ਬੈਨੀਫਿਟ ਇਹ ਆ ਜੀ ਇਸ ਰੀਜੈਂਟ ਦਾ, ਇਹ ਇੱਕ ਨੇਮਿੰਗ ਰਿਐਕਸ਼ਨ ਵੀ ਬਣੂਗੀ ਕਿ ਇਹ ਜਿਹੜਾ ਰੀਜੈਂਟ ਹੈ ਇਹ ਆਕਸੀਡਾਈਜ਼ਿੰਗ ਏਜੰਟ ਦਾ ਕੰਮ ਵੀ ਕਰ ਲੂਗਾ ਔਰ ਪ੍ਰੋਟੈਕਟਿੰਗ ਰੀਜੈਂਟ ਦਾ ਕੰਮ ਵੀ ਆਪ ਹੀ ਕਰ ਲੂਗਾ, ਠੀਕ ਹੈ। ਸੋ ਇਹ ਹੈਗੀ ਆ ਸੇਮ ਉਵੇਂ ਟੋਲੋਇਨ, ਠੀਕ ਹੈ। ਐਂਡ ਅਗੇਨ CrO2Cl2 chromyl chloride, ਇਹ ਵੀ ਨੋਨ ਐਕੁਅਸ ਮੀਡੀਅਮਸ ਤਿਆਰ ਕਰਦੇ ਨੇ ਲਾਈਕ CS2 ਔਰ ਕਾਰਬਨ ਟੈਟਰਾਕਲੋਰਾਈਡ। ਜੇ ਦੋਨਾਂ 'ਚੋਂ ਜਿਹੜਾ ਮਰਜ਼ੀ ਇੱਕ ਲਿਖ ਦਿਓ, ਚਾਹੇ CS2 ਲਿਖ ਦਿਓ, ਇਹ ਵੀ ਨੋਨ ਐਕੁਅਸ ਸੋਲਵੈਂਟ ਹੈ, ਚਾਹੇ CCl4 ਲਿਖ ਦਿਓ, ਠੀਕ ਹੈ। ਸੋ ਉੱਪਰ ਵਾਲਾ ਆਪਾਂ ਜਿਹੜਾ ਐਸਟਿਕ ਐਨਹਾਈਡਰਾਈਡ ਸੀ ਉਹ ਇੱਕ ਤਰ੍ਹਾਂ ਦਾ ਸੋਲਵੈਂਟ ਵੀ ਸੀ ਔਰ ਆਪਣਾ ਪ੍ਰੋਟੈਕਟਿੰਗ ਰੀਜੈਂਟ ਵੀ ਸੀ, ਸੋ ਉਸਨੂੰ ਅਲੱਗ ਤੋਂ ਕੋਈ ਲੈਣ ਦੀ ਲੋੜ ਨਹੀਂ। ਸੋ CrO2Cl2 in CS2, ਇਹ 'ਚ ਇਹਨੇ ਕੰਮ ਕਰਨਾ ਹੈਗਾ ਆਕਸੀਡਾਈਜ਼ਿੰਗ ਏਜੰਟ ਦਾ ਵੀ, ਪ੍ਰੋਟੈਕਟਿੰਗ ਏਜੰਟ ਦੋਨਾਂ ਦਾ ਹੀ ਕਰੂਗਾ ਰਾਜੇ ਕੰਮ। ਸੋ ਉਵੇਂ ਆਕਸੀਡੇਸ਼ਨ ਕਰੇਗਾ ਇਹ, ਠੀਕ ਹੈ। ਸੋ ਇਸ ਤਰ੍ਹਾਂ ਇਹਨੂੰ ਇਸ ਸਾਈਡ 'ਤੇ ਇੱਧਰ ਛੱਡ ਲਓ, ਠੀਕ ਹੈ। ਸੋ ਇਹ ਆਕਸੀਡਾਈਜ਼ ਵੀ ਕਰਦਾ ਹੈਗਾ ਇਸ ਤਰ੍ਹਾਂ OCrOH
Cl2 O Cr OH Cl2। ਦੇਖੋ ਇਹ ਕੋਈ ਐ ਨਹੀਂ ਵੀ ਆਪਾਂ ਕੋਈ ਬਹੁਤ ਈਜ਼ੀ ਆ। ਇੱਕ ਕਰੋਮਾਈਲ ਕਲੋਰਾਈਡ ਹੈ ਰਾਜੇ, ਬਸ ਇਹਦੇ 'ਚ ਇੰਨਾ ਕੁ ਫਰਕ ਹੁੰਦਾ ਹੈਗਾ ਵੀ ਇਹਦੇ ਉੱਪਰ ਜਿਹੜਾ ਕੇਸ ਸੀ ਉਹਦੇ ਵਿੱਚ ਉਰੇ ਜਿਹੜੀ CH3 ਦੀ ਹਾਈਡਰੋਜਨ ਹੁੰਦੀ ਹੈ, 2 H ਹੁੰਦੇ ਨੇ, ਉਹ ਨਿਕਲ ਜਾਂਦੇ ਨੇ। ਉਰੇ ਨਿਕਲ ਤਾਂ ਗਏ ਪਰ ਓਵਰਆਲ ਵੈਸੇ ਬਾਹਰ ਨਹੀਂ ਨਿਕਲੇ, ਹਜੇ ਵਿੱਚ ਹੀ ਪਏ ਨੇ, ਪਰ ਇੱਥੋਂ ਨੇ ਰਿਮੂਵ ਕਰਤੇ, ਇਸ ਕਾਰਬਨ ਤੋਂ ਰਿਮੂਵ ਕਰਤੇ ਰਾਜੇ, ਉਹ ਆ ਪਏ ਨੇ। CH3 ਦੇ ਜਿਹੜੇ 2 ਹਾਈਡਰੋਜਨ ਨੇ ਨਾ, ਉਹ ਆ ਪਏ ਨੇ ਦੋਨੋਂ ਰਾਜੇ। ਬਾਕੀ ਸਟਰਕਚਰ ਉਹੀ ਹੈ ਸਾਰੀ, ਦੇਖੋ ਬਾਕੀ ਤਾਂ ਉਹੀ ਹੈ ਨਾ, 2 H O ਨੇ, ਆ 2 O ਪਏ ਨੇ, ਇਹਨਾਂ ਨੇ ਤਾਂ ਆਕਸੀਡਾਈਜ਼ ਕਰ ਰਹੇ ਨੇ, 2 ਆ ਪਏ ਨੇ। ਠੀਕ ਹੈ, ਉਹਦਾ ਕਾਰਨ ਇਹ ਆ ਵੀ ਇਹ ਸਾਨੂੰ ਕਿੰਨੇ ਮੋਲ ਲੈਣੇ ਪੈਣਗੇ, 2 ਮੋਲ, ਤਾਂ ਹੀ 4 ਬੌਂਡ ਪੂਰੇ ਹੋਣਗੇ ਨਾ ਬੇਟਾ। ਤਾਂ ਇਹਦੇ 2 ਮੋਲ ਅਸੀਂ ਲਿੱਤੇ, 2 'ਚ 4 ਆਕਸੀਜਨਾਂ ਨੇ, ਚਾਰੋਂ ਪਈਆਂ ਨੇ, 1 2 3 4, ਮਤਲਬ ਹੈ ਤਾਂ ਸਾਰਾ ਇਹੀ ਆ। 2 Cr ਨੇ ਆ ਪਏ ਨੇ, 4 Cl2 ਨੇ, Cl2 Cl2, ਯਾਨੀ ਕਿ ਆ 2 ਆਕਸੀਜਨ ਨੇ ਆਕਸੀਡਾਈਜ਼ ਕਰਤਾ, ਜਿਹੜੇ ਬਾਕੀ 2 ਆਕਸੀਜਨ ਸੀ ਉਹਨਾਂ ਨੇ ਹਾਈਡਰੋਜਨ ਨੂੰ ਕੈਪਚਰ ਕਰ ਲਿਆ। ਉੱਥੇ ਬਾਹਰ ਚਲੇ ਜਾਂਦੀ ਸੀ, ਇੱਥੇ ਇਹਦੇ ਤੋਂ ਬਾਹਰ ਚਲੇਗੀ, ਉਹ ਆਪਣੇ ਕੋਲ ਰੱਖੀ ਹੋਈ ਹੈ, ਇਹਨੂੰ ਆਪਾਂ ਅਗਲੇ ਸਟੈਪ 'ਚ ਬਾਹਰ ਕੱਢ ਦਾਂਗੇ। ਠੀਕ ਹੈ ਰਾਜੇ, ਤਾਂ ਇਹਦਾ ਇੱਕ ਨਾਮ ਹੁੰਦਾ ਹੈਗਾ ਇਸ ਚੀਜ਼ ਦਾ, ਇਸ ਨੂੰ ਇੱਕ ਨਾਮ ਦਿੰਦੇ ਨੇ ਬਰਾਊਨ chromium complex। this structure is called brown chromium complex। ਸੋ ਰਾਜੇ ਬਹੁਤ ਕਲੀਅਰ ਹੈ ਨਾ, ਤਾਂ ਇੱਥੇ ਇਹਨੇ ਪ੍ਰੋਟੈਕਸ਼ਨ ਵੀ ਕਰਤੀ, ਨਾਲ ਇਹਨੇ ਆਕਸੀਡਾਈਜ਼ ਵੀ ਕਰਤਾ। ਫਿਰ ਉਸ ਬਿਲਕੁਲ ਫਿਰ ਤਾਂ ਰਾਜੇ ਉੱਪਰ ਵਾਲਾ ਕੰਮ ਹੀ ਆ, ਅਸੀਂ ਇਹਨੂੰ ਆਈਸੋਲੇਟ ਕਰ ਲਾਂਗੇ, ਔਰ ਆਈਸੋਲੇਟ ਕਰਨ ਤੋਂ ਬਾਅਦ ਜੋ ਆਪਾਂ ਉੱਪਰ ਕੀਤਾ ਹੈਗਾ ਹਾਈਡਰੋਲਿਸਿਸ, ਔਰ ਆਪਣਾ ਬਣ ਜਾਏਗਾ ਬੈਂਜ਼ਲਡੀਹਾਈਡ। ਠੀਕ ਹੈ, ਸੋ ਬੈਂਜ਼ਲਡੀਹਾਈਡ ਬਣ ਜਾਏਗਾ। ਠੀਕ ਹੈ, ਉੱਪਰ ਵੀ ਨਾਮ ਲਿਖ ਦਿਓ ਬੈਂਜ਼ਲਡੀਹਾਈਡ। ਓਕੇ, ਸਾਈਡ ਪ੍ਰੋਡਕਟ ਰਾਜੇ ਲਿਖਣ ਦੀ ਲੋੜ ਨਹੀਂ ਹੈਗੀ, ਵੈਸੇ ਤੁਹਾਨੂੰ ਮੈਂ ਦੱਸ ਦਿੰਦਾ ਹੈਗਾ, ਤੁਸੀਂ ਆਪ ਹੀ ਸਮਝਦਾ ਹੋ, ਤੁਹਾਨੂੰ ਆਪੇ ਪਤਾ ਲੱਗ ਜਾਣਾ। CHO ਰਹਿ ਜੂਗਾ, ਆਹ Cr 'ਤੇ ਚਾਰਜ ਪੋਜ਼ਿਟਿਵ ਹੈ, ਆਹ O 'ਤੇ ਚਾਰਜ ਨੈਗੇਟਿਵ ਹੈ, ਸੇਮ 2 ਮੋਲ ਬਣ ਜਾਣਗੇ। ਆਹ O ਨੈਗੇਟਿਵ H ਪੋਜ਼ਿਟਿਵ ਖਿੱਚ ਲੂਗੀ ਵਾਟਰ ਦਾ, Cr ਪੋਜ਼ਿਟਿਵ OH ਖਿੱਚ ਲੂਗਾ, ਉਹੀ ਬਣ ਜੂਗਾ Cr OH OH Cl2, Cr OH OH Cl2, 2 moles of Cr OH Cl2। ਠੀਕ ਹੈ, ਸੋ ਨੋ ਨੀਡ ਟੂ ਸ਼ੋ ਦਿਸ ਸਾਈਡ ਪ੍ਰੋਡਕਟ, ਸਿੰਪਲ ਮੇਨ ਪ੍ਰੋਡਕਟ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਦਾ। ਇੱਕ ਨੇਮਿੰਗ ਰਿਐਕਸ਼ਨ ਵੀ ਹੈ ਬੇਟਾ, ਦਿਸ ਰਿਐਕਸ਼ਨ ਇਜ਼ ਕਾਲਡ ਇਟਾਰਡਸ ਰਿਐਕਸ਼ਨ। ਦਿਸ ਰਿਐਕਸ਼ਨ ਇਜ਼ ਕਾਲਡ ਇਟਾਰਡਸ ਰਿਐਕਸ਼ਨ। ਠੀਕ ਹੈ, ਔਰ ਥਰਡ ਮੈਥਡ ਦਾ ਨੇਮ, ਥਰਡ ਮੈਥਡ ਆਪਾਂ ਜੀ ਕਾਫੀ ਵਾਰ ਪੜ੍ਹਿਆ ਹੈਗਾ। ਥਰਡ ਮੈਥਡ ਕਰਵਾਉਣ ਤੋਂ ਪਹਿਲਾਂ ਐਕਚੁਅਲੀ ਮੈਂ ਤੁਹਾਨੂੰ ਕੁਝ ਸਮਝਾਉਣਾ, ਡਾਇਰੈਕਟ ਨਹੀਂ ਆਪਾਂ ਕਰਦੇ, ਮੈਂ ਤੁਹਾਨੂੰ ਕੁਝ ਸਮਝਾਉਣਾ। ਥਰਡ ਮੈਥਡ ਤੋਂ ਪਹਿਲਾਂ ਇੱਕ ਚੀਜ਼ ਆਪਾਂ ਰਾਜੇ ਕਾਫੀ ਵਾਰ ਪੜ੍ਹੀ ਹੈ, ਕਾਫੀ ਵਾਰ ਕੀ ਪੜ੍ਹਿਆ ਆਪਾਂ ਨੇ, ਇਹ ਪੜ੍ਹਿਆ ਕਿ ਅਗਰ ਰਾਜੇ ਆਪਾਂ ਇਹ ਕਹੀਏ ਕਿ ਇੱਕ ਕਾਰਬਨ ਦੇ ਨਾਲ 2 OH ਲੱਗੇ ਹੋਏ ਨੇ, ਅੱਗੇ ਇੱਕ ਕਾਰਬਨ ਨਾਲ 2 OH ਲੱਗੇ ਹੋਏ ਨੇ, ਤਾਂ ਆਪਾਂ ਕਾਫੀ ਵਾਰ ਪੜ੍ਹ ਚੁੱਕੇ ਹਾਂ ਇਹ ਕਿ ਇੱਕੋ ਕਾਰਬਨ 'ਤੇ 2 OH ਅਨਸਟੇਬਲ ਹੁੰਦੇ ਨੇ, ਔਰ ਉਹਦੇ ਵਿੱਚੋਂ ਕਿਹਦੀ ਰਿਮੂਵਲ ਹੋ ਜਾਂਦਾ ਹੈਗਾ, ਵਾਟਰ ਦਾ। ਸੋ ਇਹਦੇ ਵਿੱਚੋਂ ਰਾਜੇ ਵਾਟਰ ਨਿਕਲ ਜਾਂਦਾ ਹੈ ਔਰ ਕਾਰਬੋਨਾਈਲ ਬਣ ਜਾਂਦਾ ਹੈ। ਹੁਣ ਇਹ ਡਿਪੈਂਡ ਕਰਦਾ ਹੈਗਾ ਰਾਜੇ, ਦੇਖੋ ਜੇ ਤਾਂ ਉਰੇ ਦੋਨੋਂ H ਲੱਗੇ ਨੇ, ਠੀਕ ਹੈ, ਜੇ ਉਰੇ ਦੋਨੋਂ H ਲੱਗੇ ਨੇ ਤਾਂ ਵੀ ਉਰੇ ਐਲਡੀਹਾਈਡ ਬਣੂਗਾ, ਜੇ ਉਰੇ ਇੱਕ H ਤੇ ਇੱਕ ਅਲਕਾਈਲ ਲੱਗਿਆ ਤਾਂ ਵੀ ਐਲਡੀਹਾਈਡ ਬਣੂਗਾ, ਪਰ ਜੇ ਉਰੇ ਦੋਨੋਂ ਸਾਈਡਾਂ 'ਤੇ ਅਲਕਾਈਲ ਗਰੁੱਪ ਲੱਗੇ ਨੇ ਫਿਰ ਹੀ ਕੀਟੋਨ ਬਣਦਾ ਹੁੰਦਾ। ਕੀਟੋਨ ਦੀ ਤਾਂ ਆਪਾਂ ਗੱਲ ਹੀ ਨਹੀਂ ਕਰਨੀ ਹੈ, ਕਿਉਂਕਿ ਆਪਾਂ ਸਿਰਫ ਮੈਥਡਕਲੀ ਐਲਡੀਹਾਈਡ ਲਈ ਕਰ ਰਹੇ ਹਾਂ। ਠੀਕ ਹੈ, ਸੋ ਇਹ ਮੈਂ ਤੁਹਾਨੂੰ ਯਾਦ ਕਰਵਾਇਆ ਕਿਉਂਕਿ ਆਪਾਂ ਮੈਥਡ 'ਚ ਯੂਜ਼ ਕਰਨਾ, ਤੀਜੇ ਮੈਥਡ 'ਚ। ਠੀਕ ਹੈ, ਸੋ ਜਿਹੜਾ ਥਰਡ ਮੈਥਡ ਹੈ ਰਾਜੇ ਉਹਦਾ ਆਪਾਂ ਨੇਮ ਲਿਖਦੇ ਹਾਂ। ਠੀਕ ਹੈ, ਠੀਕ ਹੈ ਰਾਜੇ, ਤਾਂ ਥਰਡ ਮੈਥਡ ਦਾ ਨਾਮ ਹੈਗਾ ਬਾਏ ਦੀ ਸਾਈਡ ਚੇਨ chlorination, by the side chain chlorination followed by hydrolysis, followed by hydrolysis। ਠੀਕ ਹੈ, ਸੋ ਮੈਥਡ ਤਾਂ ਰਾਜੇ ਤੁਸੀਂ ਆਪ ਵੀ ਕਰ ਸਕਦੇ ਹੋ, ਬਹੁਤ ਸਿੰਪਲ ਮੈਥਡ ਹੈ, ਆਪਾਂ ਇਹਦੇ ਬਾਰੇ ਕਾਫੀ ਵਾਰੀ ਟਰਮ 1 'ਚ ਪੜ੍ਹਿਆ ਹੋਇਆ। ਅਗੇਨ ਇਟਸ ਟੋਲੂਇਨ। ਤੁਸੀਂ ਪਤਾ ਕੀ ਕਰਨਾ, ਦੇਖੋ ਤੁਸੀਂ ਕਿਸੇ ਤਰੀਕੇ, ਦੇਖੋ ਮੈਥਡ ਦਾ ਬਾਏ ਦੀ ਸਾਈਡ ਚੇਨ ਕਲੋਰੀਨੇਸ਼ਨ। ਸਾਈਡ ਚੇਨ ਦਾ ਮਤਲਬ ਜਿਹੜੀ ਸਾਈਡ ਚੇਨ ਲੱਗੀ ਹੋਈ ਹੈ ਰਿੰਗ ਦੇ ਨਾਲ, ਉਹ ਸਾਈਡ ਚੇਨ ਕਿਹੜੀ ਹੈ, ਇੱਕ ਕਾਰਬਨ ਦੀ CH3 ਵਾਲੀ।
ਫੋਲੋਡ ਬਾਈ ਹਾਈਡਰੋਲਿਸਿਸ। ਇਹ ਦੇਖੋ ਇਹ ਮੈਥਡ ਜੀ ਬਹੁਤ ਯੂਨੀਕ ਹੈ, ਆਪਾਂ ਪੜ੍ਹਿਆ ਵੀ ਹੋਇਆ। ਕਹਿੰਦਾ ਪਹਿਲਾਂ ਤਾਂ ਇਹਦੀ ਕਰੋ ਸਾਈਡ ਚੇਨ ਕਲੋਰੀਨੇਸ਼ਨ, ਠੀਕ ਹੈ। ਉਹ ਸਾਈਡ ਚੇਨ ਕਲੋਰੀਨੇਸ਼ਨ ਨਾ ਅਸੀਂ ਮਤਲਬ ਕਿ ਇੱਥੋਂ ਐਚ ਹਟਾਓ, ਇਹਦੀ ਜਗ੍ਹਾ 'ਤੇ ਕਲੋਰੀਨ ਲੈ ਕੇ ਆਓ। ਲੇਕਿਨ ਉਹ ਇੱਕ ਕਲੋਰੀਨ ਨਾਲ ਗੱਲ ਨਹੀਂ ਬਣਨੀ ਰਾਜੇ, ਤੁਹਾਨੂੰ ਯਾਦ ਆ ਜਾਊਗਾ। ਸਾਨੂੰ ਉਰੇ ਇੱਕ ਐਚ ਰੱਖ ਕੇ 2 ਐਚ ਰਿਪਲੇਸ ਕਰਨੇ ਪੈਣਗੇ ਕਲੋਰੀਨ ਨਾਲ। ਫਿਰ ਉਹਦੀ ਐਕੁਅਸ ਫੋਲੋਡ ਬਾਈ ਹਾਈਡਰੋਲਿਸਿਸ, ਫਿਰ ਉਹਦੀ ਆਪਾਂ ਮਤਲਬ ਹਾਈਡਰੋਲਿਸਿਸ ਕਰਕੇ 2 OH ਲਾ ਦਾਂਗੇ। ਤੇ ਮੈਂ ਕਰਕੇ ਦਿਖਾਉਣਾ, ਦੇਖੋ ਤੁਹਾਨੂੰ Cl2 H ਨਿਊ ਕਿਉਂ ਕਰੂਗੀ, ਇਹਨੂੰ ਫ੍ਰੀ ਰੈਡੀਕਲ 'ਚ ਬ੍ਰੇਕ ਡਾਊਨ ਕਰ ਦੂਗੀ, Cl.Cl. ਠੀਕ ਹੈ। ਇੱਥੋਂ ਜਿਹੜਾ H ਨਿਊ ਹੈਗਾ ਉਹ ਇਹਨੂੰ ਬ੍ਰੇਕ ਡਾਊਨ ਕਰੂਗਾ Cl.Cl. ਇੱਥੋਂ ਇੱਕ Cl. ਇੱਥੋਂ ਇੱਕ H. HCl ਬਣ ਕੇ ਬਾਹਰ। ਪਰ ਮੈਨੂੰ ਐਕਚੁਅਲੀ ਨਾ ਇੱਥੇ Cl ਮੈਂ 2 ਇੰਟਰੋਡਿਊਸ ਕਰੂੰਗਾ ਰਾਜੇ। ਇਹ 2 ਤੁਹਾਨੂੰ ਆਪੇ ਪਤਾ ਲੱਗ ਜੂ, ਵੈਸੇ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਪਿੱਛੇ, ਤੁਹਾਨੂੰ ਯਾਦ ਆ ਜਾਣਾ ਹੈਗਾ। ਇੱਕ ਐ ਰੱਖ ਲੂੰਗਾ, ਐ 2 HCl ਬਾਹਰ ਹੋ ਗਏ। ਹੁਣ ਮੈਂ ਜੇ ਕਿਸੇ ਤਰੀਕੇ ਨਾਲ ਆਹ 2 Cl ਨੂੰ ਜੇ ਮੈਂ ਕਿਹਦੇ ਵਿੱਚ ਚੇਂਜ ਕਰਦਾ OH 'ਚ, ਤਾਂ OH ਅਨਸਟੇਬਲ ਹੋਣਗੇ, ਉੱਥੋਂ ਵਾਟਰ ਨਿਕਲ ਕੇ ਕਨਵਰਟ ਹੋ ਜਾਊਗਾ CH, ਇਹ ਕਾਰਬੋਨਾਈਲ ਬਣ ਜਾਊਗਾ, ਠੀਕ ਹੈ, CHO। ਹੁਣ ਉਹ ਮੈਨੂੰ ਪਤਾ ਵੀ ਮੈਨੂੰ ਹਾਈਡਰੋਲਿਸਿਸ ਕਰਨੀ ਪਊਗੀ, ਉਹ ਚਾਹੇ ਸਿੰਪਲ ਕਰ ਦਿਓ H2O ਨਾਲ ਜਾਂ ਫਿਰ ਐਕੁਅਸ NaOH, ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਹੈਗਾ, ਠੀਕ ਹੈ। ਚੋਰੇ ਜੋ ਵੀ ਤਾਂ ਆਪਾਂ ਪਾਉਣਾ ਹੈ, ਅਗਰ ਆਪਾਂ H2O ਵੀ ਪਾਉਂਦੇ ਹਾਂ, ਠੀਕ ਹੈ, ਤਾਂ ਵੀ ਕੀ ਹੋਊਗਾ ਬੇਟਾ, 2 HCl ਬਾਹਰ ਹੋ ਗਏ। ਇਹ ਮੈਂ ਕਿਉਂ ਕੀਤੀ ਹਾਈਡਰੋਲਿਸਿਸ ਮੈਥਡ, ਤਾਂ ਹੀ ਤਾਂ ਬਣਿਆ ਬਾਈ ਦੀ ਸਾਈਡ ਚੇਨ ਕਲੋਰੀਨੇਸ਼ਨ ਫੋਲੋਡ ਬਾਈ ਹਾਈਡਰੋਲਿਸਿਸ, ਠੀਕ ਹੈ। ਸੋ ਇਹ ਮੈਨੂੰ ਪਤਾ ਹੈ ਨਾ ਵੀ 2 OH ਅਨਸਟੇਬਲ ਹੁੰਦੇ ਨੇ, ਜਦੋਂ ਇਹ ਬਣੂਗਾ ਨਾਲ ਦੀ ਨਾਲ ਇਮੀਡੀਏਟਲੀ ਇਹਦੇ 'ਚੋਂ ਵਾਟਰ ਨਿਕਲ ਕੇ ਤੁਹਾਡੇ ਕੋਲ ਅਲਟੀਮੇਟਲੀ ਕਿਹਦੀ ਫਾਰਮੇਸ਼ਨ ਹੋ ਜੂਗੀ, ਬੈਂਜ਼ਲ ਡੀਹਾਈਡ ਦੀ। ਆਹ ਸਟੈਪ ਤੁਸੀਂ ਸਕਿਪ ਵੀ ਕਰ ਸਕਦੇ ਹੋ, ਇੱਥੋਂ ਵਾਟਰ ਗਿਆ ਬਾਹਰ, ਠੀਕ ਹੈ। ਆਹ ਸਟੈਪ ਤੁਸੀਂ ਸਕਿਪ ਵੀ ਕਰ ਸਕਦੇ, ਐਂ ਵੀ ਲਿਖ ਸਕਦੇ ਹੋ ਉਰੇ, ਹਾਈਡਰੋਲਿਸਿਸ ਕਰਕੇ 2 HCl ਬਾਹਰ, ਇੱਥੇ ਹੀ ਵਾਟਰ ਵੀ ਬਾਹਰ ਕੱਢ ਸਕਦੇ ਹੋ। ਨਹੀਂ ਕਰਨਾ ਚਾਹੁੰਦੇ ਤਾਂ ਵੀ ਤੁਸੀਂ ਐਂ ਦਿਖਾ ਦਿਓ। ਇਸੀ ਥਰਡ ਮੈਥਡ ਦੇਖੋ, ਪ੍ਰੈਕਟਿਸ ਹੁੰਦੀ ਹੈ ਰਾਜੇ, ਜਦੋਂ ਆਪਾਂ ਟਰਮ 1 'ਚ ਪੜ੍ਹਿਆ ਹੁੰਦਾ ਹੈਗਾ ਤਾਂ ਆਪਣੇ ਆਪ ਯਾਦ ਆਈ ਜਾਂਦਾ ਹੈ, ਠੀਕ। ਸੋ ਇਸ ਥਰਡ ਮੈਥਡ ਲਾਸਟ ਮੈਥਡ ਅਜੇ ਜਿਹੜੀ ਆਪਾਂ ਇੱਕ ਟਰਮਸ ਨਹੀਂ ਪੜ੍ਹਦੇ ਹੁੰਦੇ, ਜਿਵੇਂ ਆਪਾਂ ਕਹਿੰਦੇ ਹੈਗੇ ਆ ਕਿ ਐਸਾਈਲੇਸ਼ਨ ਆਫ ਬੈਂਜ਼ੀਨ, ਆਪਾਂ ਕਹਿੰਦੇ ਐਸਾਈਲੇਸ਼ਨ ਆਫ ਬੈਂਜ਼ੀਨ ਦਾ ਕੀ ਮਤਲਬ ਹੁੰਦਾ, ਇੰਟਰੋਡਕਸ਼ਨ ਆਫ ਐਸਾਈਲ ਗਰੁੱਪ ਇਨ ਬੈਂਜ਼ੀਨ, ਹੈ ਨਾ। ਤਾਂ ਇਹ ਟਰਮਸ ਆਪਾਂ ਪੜ੍ਹੀਆਂ ਹੋਈਆਂ ਨੇ ਰਾਜੇ। ਆਪਾਂ ਕਹਿੰਦੇ ਅਲਕਾਈਲੇਸ਼ਨ ਆਫ ਬੈਂਜ਼ੀਨ, ਇੰਟਰੋਡਕਸ਼ਨ ਆਫ ਅਲਕਾਈਲ ਗਰੁੱਪ। ਇਸੇ ਤਰ੍ਹਾਂ ਰਾਜੇ ਲਾਸਟ ਜਿਹੜਾ ਮੈਥਡ ਹੈ ਉਹਦਾ ਨਾਮ ਹੈ, ਜੇ ਆਪਾਂ ਕਹਿੰਦੇ ਐਸਾਈਲ, ਠੀਕ ਹੈ। ਐਸਾਈਲ ਦੇ ਅੰਡਰ ਆਪਾਂ ਐਗਜ਼ਾਮਪਲ ਲੈ ਲਓ ਐਸੀਟਾਈਲੇਸ਼ਨ। ਐਸੀਟਾਈਲੇਸ਼ਨ ਦਾ ਕੀ ਮਤਲਬ ਹੁੰਦਾ ਹੈਗਾ, ਠੀਕ ਹੈ। ਐਸੀਟਾਈਲੇਸ਼ਨ ਦਾ ਕੀ ਮਤਲਬ ਹੁੰਦਾ, ਆਪਾਂ ਸਾਈਡ 'ਤੇ ਵੈਸੇ ਲਿਖਦੇ ਹਾਂ। ਐਸੀਟਾਈਲੇਸ਼ਨ ਦਾ ਕੀ ਮਤਲਬ ਹੁੰਦਾ, ਇੰਟਰੋਡਕਸ਼ਨ ਆਫ ਐਸੀਟਾਈਲ ਗਰੁੱਪ, ਠੀਕ ਹੈ। ਇੱਕ ਰਾਜੇ ਹੁੰਦੀ ਹੈ ਫਾਰਮਾਈਲੇਸ਼ਨ, ਇਹਨੂੰ ਐਸੀਟਾਈਲੇਸ਼ਨ ਕਿਉਂਕਿ ਇਹ 'ਚ 2 ਕਾਰਬਨ ਨੇ, 2 ਕਾਰਬਨ ਲਈ ਐਸਿਟ ਵਰਡ। ਇੱਕ ਹੁੰਦੀ ਹੈ ਫਾਰਮਾਈਲੇਸ਼ਨ ਆਹ ਗਰੁੱਪ ਹੁੰਦਾ HCO, ਇਹਨੂੰ ਫਾਰਮਾਈਲ ਗਰੁੱਪ ਕਹਿੰਦੇ ਨੇ। ਇਹਨੂੰ ਇੰਟਰੋਡਿਊਸ ਕਰਨ ਦੇ ਪ੍ਰੋਸੈਸ ਨੂੰ ਬੋਲਦੇ ਨੇ ਫਾਰਮਾਈਲੇਸ਼ਨ, ਠੀਕ ਹੈ। ਤਾਂ ਚੌਥੇ ਮੈਥਡ ਦਾ ਨਾਮ ਹੈ ਰਾਜੇ ਬਾਏ ਫਾਰਮਾਈਲੇਸ਼ਨ ਆਫ ਬੈਂਜ਼ੀਨ। ਕਹਿੰਦਾ ਜੇ ਆਪਾਂ ਬੈਂਜ਼ੀਨ ਦੀ ਫਾਰਮਾਈਲੇਸ਼ਨ ਕਰ ਦਈਏ ਤਾਂ ਉਹਦੇ ਨਾਲ ਵੀ ਆਪਾਂ ਬੈਂਜ਼ਲ ਡੀਹਾਈਡ ਬਣਾ ਸਕਦੇ ਹਾਂ। ਸੋ ਜਿਸ ਤਰ੍ਹਾਂ ਰਾਜੇ ਐਸੀਟਾਈਲੇਸ਼ਨ ਕਰਨ ਲਈ ਆਪਾਂ CH3COCl ਲੈਂਦੇ ਹਾਂ, ਉਹ CH3COCl 'ਚੋਂ CH3CO ਇੰਟਰੋਡਿਊਸ ਹੋ ਜਾਂਦਾ, Cl ਕਿਸੇ ਕੰਪਾਊਂਡ ਦੀ ਫਾਰਮ ਚ ਬਾਹਰ ਚਲੇ ਜਾਂਦਾ। ਐਵੇਂ ਰਾਜੇ ਫਾਰਮਾਈਲੇਸ਼ਨ ਕਰਨ ਲਈ ਸਾਨੂੰ ਲੈਣਾ ਪੈਂਦਾ ਹੈਗਾ, ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਵੀ ਐਸੀਟਾਈਲੇਸ਼ਨ ਟੇਕਸ ਪਲੇਸ ਵਿਦ ਦੀ ਹੈਲਪ ਆਫ CH3COCl ਇਨ ਦੀ ਪ੍ਰੈਜ਼ੈਂਸ ਆਫ ਕੈਟਾਲਿਸਟ ਐਨਹਾਈਡਰਸ AlCl3, ਠੀਕ ਹੈ। ਐਵੇਂ ਇਹ 'ਚ ਹੁੰਦਾ ਹੈਗਾ। HCO ਗਰੁੱਪ ਇੰਟਰੋਡਿਊਸ ਕਰਨ ਲਈ ਸਾਨੂੰ ਕੀ ਚਾਹੀਦਾ ਹੁੰਦਾ ਹੈਗਾ, ਇਟ ਟੇਕਸ ਪਲੇਸ ਵਿਦ ਦੀ ਹੈਲਪ ਆਫ HCOCl, ਫਾਰਮਾਈਲ ਕਲੋਰਾਈਡ। ਲੇਕਿਨ ਅਜੇ ਐਂ ਹੁੰਦਾ, ਆਪਾਂ ਇਹ ਦੱਸਿਆ ਹੋਇਆ ਪਹਿਲਾਂ, ਜਿਹੜਾ ਫਾਰਮਾਈਲ ਕਲੋਰਾਈਡ ਹੈ 'ਚ ਯੀਲਡ ਨਹੀਂ ਪਰ ਰਾਜੇ ਇੰਨੀ ਆਉਂਦੀ। ਜਿਹੜਾ ਫਾਰਮਾਈਲ ਕਲੋਰਾਈਡ ਹੈ ਨਾ,
ਇਹ ਰੂਮ ਟੈਂਪਰੇਚਰ 'ਤੇ ਸਟੇਬਲ ਨਹੀਂ ਹੁੰਦਾ ਬਹੁਤ। ਇਹ ਸਾਨੂੰ ਇਸ ਦੇ ਵਿੱਚ ਸਾਨੂੰ ਲਗਾਤਾਰ ਇਨ ਸੀਟੂ ਪ੍ਰਿਪੇਅਰ ਕਰਨਾ ਪੈਂਦਾ ਉਹ, ਠੀਕ ਹੈ। ਸੋ ਉਹ ਜਿਹੜਾ ਫਾਰਮਾਈਲ ਕਲੋਰਾਈਡ ਹੈ ਉਹ ਪਹਿਲਾਂ ਅਸੀਂ ਪ੍ਰਿਪੇਅਰ ਕਰਾਂਗੇ ਰਾਜੇ। ਕਿਵੇਂ ਪ੍ਰਿਪੇਅਰ ਕਰਾਂਗੇ? HCl ਦੇ ਵਿੱਚੋਂ ਕਾਰਬਨ ਮੋਨੋਆਕਸਾਈਡ ਗੈਸ ਪਾਸ ਕਰਵਾ ਕੇ ਫਿਰ ਇਹ ਚੇਂਜ ਹੋਊਗਾ HCOCl 'ਚ। ਇਹ HCOCl ਫਿਰ ਅਸੀਂ ਯੂਜ਼ ਕਰਾਂਗੇ, ਬੈਂਜ਼ੀਨ ਦੀ ਫਾਰਮਾਈਲੇਸ਼ਨ ਕਰਾਂਗੇ ਇਹਦੇ ਨਾਲ, ਬੈਂਜ਼ੀਨ ਦੀ ਫਾਰਮਾਈਲੇਸ਼ਨ HCOCl। ਸੋ ਫਾਰਮਾਈਲੇਸ਼ਨ ਕੈਟਲਿਸਟ ਉਹੀ ਹੈ ਰਾਜੇ, ਐਨਹਾਈਡਰਸ AlCl3 ਅਤੇ ਨਾਲ ਇਹਦੇ ਵਿੱਚ ਟ੍ਰੇਸਿਸ ਆਫ ਕਿਊਪਰਸ ਕਲੋਰਾਈਡ, ਇਹ ਵੀ ਕੈਟਲਿਸਟ ਹੀ ਹੁੰਦਾ ਇੱਕ ਤਰ੍ਹਾਂ ਦਾ, ਠੀਕ ਹੈ। ਟ੍ਰੇਸਿਸ ਬਿਕੋਜ਼ ਇਹਦੇ ਵਿੱਚ ਜਿਹੜਾ ਇਹ ਥੋੜ੍ਹਾ ਅਨਸਟੇਬਲ ਹੁੰਦਾ ਹੈਗਾ, ਤਾਂ ਇਹਦੇ ਵਿੱਚ ਥੋੜ੍ਹਾ ਹੀ ਕੰਮ ਇਹ ਵੀ ਨਾਲ ਕਰਦਾ ਵੀ ਤਾਂ ਕਿ ਇਹਦੀ ਲਾਈਫ ਥੋੜ੍ਹੀ ਇਨਕਰੀਜ਼ ਹੋ ਜਾਵੇ ਫਾਰਮਾਈਲ ਕਲੋਰਾਈਡ ਦੀ। ਇਹਦੇ 'ਚ ਟ੍ਰੇਸਿਸ ਆਫ CuCl ਵੀ ਲੈਂਦੇ ਨੇ, ਠੀਕ ਹੈ, ਥੋੜ੍ਹੀ ਕੁਆਂਟੀਟੀ ਦੇ ਵਿੱਚ। ਤਾਂ ਆਹ ਗਰੁੱਪ ਇੰਟਰੋਡਿਊਸ ਹੋ ਜਾਊਗਾ ਕਿਹੜਾ? HCO। ਇਹ ਗਰੁੱਪ ਇੰਟਰੋਡਿਊਸ ਹੋ ਜਾਂਦਾ ਹੈਗਾ HCO, ਜਿੱਥੋਂ ਬੌਂਡ ਖਾਲੀ ਹੁੰਦਾ ਉੱਥੋਂ ਜੁੜਨਾ ਹੁੰਦਾ। ਆ ਤਾਂ ਜੁੜ ਨਹੀਂ ਸਕਦਾ ਬਿਕੋਜ਼ ਇਹ ਤਾਂ ਇੱਕੋ ਬੌਂਡ ਬਣਾ ਸਕਦਾ ਬਣਿਆ ਹੋਇਆ, ਸੋ ਇਹ ਨਹੀਂ ਨਾ ਜੋੜਨਾ ਹੈਗਾ। HCO ਜੁੜੂਗਾ ਤਾਂ ਐਮੀਨਰ ਜੀ COH, ਪਰ ਆਪਣਾ ਮਸਲਾ ਹੱਲ ਹੋ ਗਿਆ, ਬੈਂਜ਼ਲਡੀਹਾਈਡ ਬਣ ਗਿਆ, ਠੀਕ ਹੈ। ਸਾਈਡ ਪ੍ਰੋਡਕਟ ਕਿਹੜਾ ਨਿਕਲ ਗਿਆ? ਸਾਈਡ ਪ੍ਰੋਡਕਟ ਨਿਕਲ ਗਿਆ HCl, ਉਰੋਂ H ਆ ਗਿਆ, HCl, ਠੀਕ ਹੈ। ਇਹ ਰਿਐਕਸ਼ਨ ਜਦੋਂ ਤੁਸੀਂ ਕਰਕੇ ਦਿਖਾਣੀ ਹੈ ਨਾ, ਇਹ ਦੋਨੋਂ ਸਟੈਪ ਲਿਖਣੇ ਨੇ ਰਾਜੇ, ਐ ਨਹੀਂ ਵੀ ਉੱਥੇ ਵੀ ਕਰ ਗਿਆ ਤਾਂ ਆਪਾਂ ਇਕੱਲਾ ਸਟੈਪ ਲਿਖੋ। ਇਹ ਤਾਂ ਆਪਾਂ ਇਨਸੀਟੂ ਪ੍ਰੈਪਰੇਸ਼ਨ ਦਿਖਾਈ ਆ ਵੀ ਪਹਿਲਾਂ ਇਹਨੂੰ ਪ੍ਰਿਪੇਅਰ ਕੀਤਾ ਫਿਰ ਇਹਨੂੰ ਯੂਜ਼ ਕੀਤਾ। ਜਾਂ ਤੁਹਾਡੇ ਕੋਲ ਤੁਹਾਨੂੰ ਮੈਂ ਆਪਾਂ ਹਮੇਸ਼ਾ ਬੋਲਦੇ ਹੁੰਦੇ ਹਾਂ, ਅਗਲੀ ਆਪਸ਼ਨ ਇਹ ਹੁੰਦੀ ਆ ਵੀ ਤੁਸੀਂ ਬੈਂਜ਼ੀਨ ਪਲੱਸ ਫਾਰਮਾਈਲ ਕਲੋਰਾਈਡ, ਠੀਕ ਹੈ। ਵੈਸੇ ਇਹਨੂੰ ਮਿਥਾਨੋਆਇਲ ਕਲੋਰਾਈਡ ਵੀ ਬੋਲਦੇ ਨੇ, IUPAC ਨੇਮ ਇਹਦਾ, ਪਰ ਜ਼ਿਆਦਾ ਇਹਦੇ ਨਾਮ ਇਹ ਯੂਜ਼ ਹੁੰਦਾ ਫਾਰਮਾਈਲ ਕਲੋਰਾਈਡ। ਤੁਸੀਂ ਐਂ ਵੀ ਕਰ ਸਕਦੇ ਹੋ ਬੈਂਜ਼ੀਨ ਪਲੱਸ ਫਾਰਮਾਈਲ ਕਲੋਰਾਈਡ, ਫਿਰ ਤੁਹਾਨੂੰ ਐਰੋ ਦੇ ਉੱਪਰ ਕਾਫੀ ਕੁਛ ਹੋ ਜਾਊਗਾ, ਆ ਵੀ ਪਾਣੀ ਨੇ ਦੋ ਚੀਜ਼ਾਂ, ਫਿਰ ਇਹਦੇ ਉੱਪਰ ਤੁਹਾਨੂੰ ਇਹ ਵੀ ਪਾਉਣਾ ਪਊਗਾ CO ਇਨ ਦੀ ਪ੍ਰੈਜ਼ੈਂਸ ਆਫ HCl, ਜਿਹਨੂੰ ਆਪਾਂ ਅਪੋਨ ਲਿਖਦੇ ਹਾਂ ਉਹਦਾ ਮਤਲਬ ਪ੍ਰੈਜ਼ੈਂਸ, ਪਰ ਐਵੇਂ ਹੀ ਕਰ ਦਿਓ ਜ਼ਿਆਦਾ ਅੱਛਾ ਰਾਜੇ, ਫਿਰ ਨਹੀਂ ਐਰੋ 'ਤੇ ਜ਼ਿਆਦਾ ਹੋ ਜਾਏਗਾ ਹੌਚ ਪੌਚ। ਤਾਂ ਇਹ ਵੀ ਰਾਜੇ ਇੱਕ ਨੇਮਿੰਗ ਰਿਐਕਸ਼ਨ ਹੈ। ਦਿਸ ਰਿਐਕਸ਼ਨ ਇਜ਼ ਕਾਲਡ Gattermann-Koch reaction, ਠੀਕ ਹੈ। ਦਿਸ ਰਿਐਕਸ਼ਨ ਇਜ਼ ਕਾਲਡ Gattermann-Koch reaction। ਹੁਣ ਧਿਆਨ ਰੱਖਣਾ ਇੱਕ ਚੀਜ਼ ਦਾ, ਇੱਕ ਆਪਾਂ ਟਰਮ 1 'ਚ ਇਕੱਲੀ ਰਿਐਕਸ਼ਨ ਪੜ੍ਹੀ ਸੀ ਗੈਟਰਮੈਨ ਰਿਐਕਸ਼ਨ ਡਾਇਜ਼ੋਨੀਅਮ ਸਾਲਟ ਦੇ ਵਿੱਚ, ਉਹ ਇਹ ਨਹੀਂ ਹੈਗੀ, ਸਾਇੰਟਿਸਟ ਉਹੀ ਹੈ, ਪਰ ਇਹ ਦੋ ਸਾਇੰਟਿਸਟ ਨੇ ਇਕੱਠੇ ਮਿਲ ਕੇ ਬਣਾਈ ਆ, ਗੈਟਰਮੈਨ ਐਂਡ ਕੋਚ। ਸੋ ਅਗਰ ਗੈਟਰਮੈਨ ਕੋਚ ਲਿਖਣੀ ਆਉਂਦੀ ਆ ਤਾਂ ਸਾਨੂੰ ਇਹ ਲਿਖਣੀ ਪਊਗੀ ਰਾਜੇ, ਅਸੀਂ ਕੋਈ ਹੋਰ ਨਹੀਂ ਰਾਜੇ ਲਿਖ ਸਕਦੇ, ਠੀਕ ਹੈ। ਸੋ ਇਹ ਆਪਣਾ ਥਰਡ ਮੈਥਡ ਰਾਜੇ ਪੂਰਾ ਖਤਮ ਹੋ ਗਿਆ। ਥਰਡ ਮੈਥਡ ਸੀ ਫਰੋਮ ਐਰੋਮੈਟਿਕ ਹਾਈਡਰੋਕਾਰਬਨ, ਔਰ ਵੀ ਕੈਨ ਆਲਸੋ ਸੇ ਬਾਈ ਦੀ ਆਕਸੀਡੇਸ਼ਨ ਆਫ ਅਲਕਾਈਲ ਬੈਂਜ਼ੀਨ। ਮੈਥਡ ਆਫ ਪ੍ਰੋਟੈਕਸ਼ਨ ਸੀ ਅੱਗੇ ਦੇ ਚਾਰੋਂ ਆਪਾਂ ਫਿਨਿਸ਼ ਕਰ ਲਏ। ਦੈਨ ਚੌਥਾ ਜਿਹੜਾ ਮੈਥਡ ਹੈ, ਡੀ ਪਾਰਟ ਹੈ ਜਿਹੜਾ, ਠੀਕ ਹੈ, ਉਹ ਆਪਾਂ ਨੇ ਉਹ ਕੀਤਾ ਪਹਿਲਾਂ ਰੋਜ਼ਰਮੰਡ ਦਾ, ਠੀਕ ਹੈ, ਫਿਰ ਪਾਰਸ਼ੀਅਲ ਰਿਡਕਸ਼ਨ ਸਾਇਨਾਈਡ ਦੀ, ਫਿਰ ਤੀਜੇ ਨੰਬਰ 'ਤੇ ਐਰੋਮੈਟਿਕ ਹਾਈਡਰੋਕਾਰਬਨ, ਉਹਦੇ ਸਾਰੇ ਇਹ ਸੀ। ਹੁਣ ਤੀਸਰਾ ਆ ਗਿਆ, ਫੋਰਥ ਆ ਗਿਆ, ਫੋਰਥ ਪ੍ਰੈਪਰੇਸ਼ਨ ਜਿਹੜੀ ਪ੍ਰੈਪਰੇਟਰੀ ਪੁਆਇੰਟ ਹੈ ਐਲਡੀਹਾਈਡ ਦਾ ਫਰੋਮ HCN, ਠੀਕ ਹੈ। HCN ਤੋਂ ਹੁਣ ਅਸੀਂ ਇਕੱਲੇ ਐਲਡੀਹਾਈਡ ਕਿਵੇਂ ਤਿਆਰ ਕਰਨੇ ਨੇ, ਮੈਂ ਤੁਹਾਨੂੰ ਇੱਕ ਹਿੰਟ ਦਿੰਦਾ, ਦੇਖੋ ਸਪੋਜ਼ ਇਹ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ HCN, ਔਰ ਮੈਂ ਇਹਦੇ ਨਾਲ ਬਣਾਉਣਾ ਚਾਹੁੰਦਾ ਸਪੋਜ਼ ਇਹ ਐਲਡੀਹਾਈਡ, ਠੀਕ ਹੈ। ਤੁਹਾਨੂੰ ਆਪੇ ਪਤਾ ਲੱਗੂਗਾ ਵੀ ਆਪਾਂ ਇਹਦੇ ਵਿੱਚ HCN ਤੋਂ ਐਸਟਲਡੀਹਾਈਡ। ਸੋ ਤੁਸੀਂ ਜੱਜਮੈਂਟ ਕਰਕੇ ਦੇਖੋ, ਹਾਲਾਂਕਿ ਥੋੜ੍ਹਾ ਆਪਾਂ ਈਜ਼ੀ ਕਰ ਦਿੰਦੇ ਹਾਂ ਚਾਹੇ, ਬਟ ਆਪਾਂ ਵੀ ਜੇ ਆਪਾਂ ਆਪ ਹੀ ਸਿੱਖ ਲਾਂਗੇ ਜ਼ਿਆਦਾ ਬੈਟਰ ਹੈ। ਜੱਜਮੈਂਟ ਕਰਕੇ ਦੇਖੋ ਵੀ HCN 'ਚ ਆਪਾਂ ਕੀ ਪਾਈਏ ਵੀ ਤਾਂ ਕਿ ਇਹ 'ਚ ਕਨਵਰਟ ਹੋ ਜਾਏ। ਮੈਂ ਤੁਹਾਨੂੰ ਇੱਕ ਹਿੰਟ ਦਿੰਦਾ, ਆ ਜਿਹੜੀ ਕਾਰਬਨ ਹੈ ਇਹ 'ਚ ਇੱਕ ਕਾਰਬਨ ਹੈ ਟੋਟਲ, ਇਹ 'ਚ ਦੋ ਕਾਰਬਨਾਂ ਨੇ CH3CHO, ਇੱਕ ਆ ਪਈ ਇੱਕ ਆ ਪਈ ਆ, ਓਕੇ। ਇਹ ਜਿਹੜੀ ਕਾਰਬਨ ਹੈ ਐ ਸਮਝ ਲਓ ਵੀ ਇੱਕ ਕਾਰਬਨ ਨਾਲ ਹੋਰ ਐਡ ਹੋ ਗਈ, ਔਰ ਇਹ ਕਾਰਬਨ ਦੇ ਨਾਲ ਕਾਰਬਨ ਦਾ ਨੰਬਰ ਵੱਧ ਗਿਆ, ਪਹਿਲਾ ਹਿੰਟ, ਔਰ ਇਹ ਕਾਰਬਨ ਜਿਹਦੇ ਨਾਲ ਨੰਬਰ ਵਧਿਆ ਇਸ ਕਾਰਬਨ ਨਾਲ, ਉਹਦੇ ਕੋਲ ਮਲਟੀਪਲ ਬੌਂਡ ਵੀ ਆ।
ਸੋ ਟਰਮ 1 'ਚ ਆਪਾਂ ਬਹੁਤ ਵਾਰ ਇਹ ਚੀਜ਼ ਪੜ੍ਹੀ ਆ ਵੀ ਜਦੋਂ ਵੀ ਆਪਾਂ ਨੂੰ ਕਾਰਬਨ ਦਾ ਨੰਬਰ ਵੱਧ ਜਾਵੇ ਪ੍ਰੋਡਕਟ ਦੇ ਵਿੱਚ ਔਰ ਜਿਹੜੀ ਕਾਰਬਨ ਨਾਲ ਵਧੇ ਉਹਦੇ ਕੋਲ ਮਲਟੀਪਲ ਬੌਂਡ ਵੀ ਹੋਵੇ, ਤਾਂ ਆਪਾਂ ਬਹੁਤ ਵਾਰ ਕੀਤਾ ਉੱਥੇ ਆਪਾਂ ਕਿਹੜਾ ਰੀਏਜੈਂਟ ਯੂਜ਼ ਕਰਦੇ ਹਾਂ। ਤਾਂ ਮੇਰੇ ਖਿਆਲ ਤੁਹਾਨੂੰ ਯਾਦ ਆ ਗਿਆ ਹੋਣਾ ਗਾ ਗ੍ਰਿਗਨਾਰਡ ਰੀਏਜੈਂਟ। ਇਹਨੂੰ ਆਪਾਂ ਐਂ ਵੀ ਕਹਿ ਸਕਦੇ ਹਾਂ, ਮੈਥਡ ਨੂੰ ਦੂਸਰਾ ਨਾਮ ਇਹ ਵੀ ਕਹਿ ਸਕਦੇ ਹਾਂ ਕਿ ਬਾਏ ਦੀ ਐਕਸ਼ਨ ਆਫ ਗ੍ਰਿਗਨਾਰਡ ਰੀਏਜੈਂਟ ਔਨ HCN। ਠੀਕ ਹੈ, ਜਿਹੜਾ 4th ਪ੍ਰੈਪਰੇਟਰੀ ਪੁਆਇੰਟ ਹੈ HCN, ਉਹਨੂੰ ਆਪਾਂ ਐਵੇਂ ਵੀ ਕਹਿ ਸਕਦੇ ਹਾਂ। ਐਕਸ਼ਨ ਤੁਹਾਨੂੰ ਆਉਂਦਾ ਰਾਜੇ ਸਾਰਿਆਂ ਨੂੰ ਕਰਨਾ, ਐਕਸ਼ਨ 'ਚ ਕੋਈ ਉਹ ਨਹੀਂ ਹੈਗੀ। ਦੇਖੋ ਮੈਂ HCN ਲੈਣਾ, HCN plus CH3 MgBr। ਠੀਕ ਹੈ, ਸ਼ੋ ਦੀ ਪੋਲੈਰਿਟੀਜ਼ ਜਿਵੇਂ ਆਪਾਂ ਐਜ਼ ਯੂਜ਼ੁਅਲ ਕਰਦੇ ਹੁੰਦੇ ਹਾਂ ਹਮੇਸ਼ਾ, ਪਾਰਸ਼ੀਅਲ ਪੋਜ਼ਿਟਿਵ, ਪਾਰਸ਼ੀਅਲ ਨੈਗੇਟਿਵ, partial negative, partial positive. Now show the attack. This one attacks on this one, this one attacks on this one, and one of the pi bonds shift towards the more electronegative nitrogen. Okay, now adductive ਦਿਖਾ ਦਿਓ ਹੁਣ ਆਪਾਂ, ਬਾਕੀ ਇਹ ਵੀ ਸਾਨੂੰ ਪਤਾ ਅੱਗੇ ਪੁਆਇੰਟ ਆ ਹੋ ਗਿਆ, ਆ ਨਾਲ ਜੁੜ ਗਿਆ CH3, ਆ ਬੌਂਡ ਡਬਲ ਹੋ ਗਿਆ NMgBr। ਔਰ ਮੇਰੇ ਖਿਆਲ 'ਚ ਬਹੁਤ ਵਾਰ ਆਪਾਂ ਦੱਸਿਆ ਹੈਗਾ ਗ੍ਰਿਗਨਾਰਡ ਰੀਏਜੈਂਟ ਐਕਸ਼ਨ ਇਜ਼ ਆਲਵੇਜ਼ ਫੋਲੋਡ ਬਾਏ ਹਾਈਡਰੋਕਸੀ, ਕਿਉਂਕਿ ਆ ਤਾਂ ਜੇ ਕੁਝ ਬਣੇ ਨੇ ਤਾਂ ਐਡਕਟ ਬਣਿਆ ਰਹਿ ਜੇ ਹਜੇ, ਇਹ ਤਾਂ ਜੇ ਜਸਟ ਗ੍ਰਿਗਨਾਰਡ ਰੀਏਜੈਂਟ ਜਿਹਨੇ ਅਟੈਕ ਕਰਨਾ ਉਹ ਜੁੜਿਆ ਹਜੇ ਜਾ ਕੇ। ਸੋ ਆਪਾਂ ਬਣਾਉਣਾ ਹੈਗਾ CH3 CH ਡਬਲ ਬੌਂਡ O। ਠੀਕ ਹੈ, ਐਸਟਲਡੀਹਾਈਡ, ਔਰ ਇਹ ਚੀਜ਼ਾਂ ਬਾਹਰ ਜਾਣਗੀਆਂ। ਇਹ N 'ਤੇ ਚਾਰਜ ਨੈਗੇਟਿਵ ਹੈ, ਅਗਰ ਸਹੀ ਮਾਇਨੇ 'ਚ ਦੇਖੀਏ ਤਾਂ N 'ਤੇ ਚਾਰਜ -3 ਅਪੀਅਰ ਹੋਊਗਾ। -3 ਪਤਾ ਕਿਉਂ ਅਪੀਅਰ ਹੋਊਗਾ, ਕਿਉਂਕਿ N ਇਹਦੇ ਨੂੰ ਵੱਧ ਇਲੈਕਟ੍ਰੋਨੈਗੇਟਿਵ ਹੈ, ਤਾਂ 2 ਆਹ ਵਾਲੇ ਜਿਹੜੇ ਇਹਦੇ ਵਿੱਚ 2 ਤਾਂ ਇਹਦੇ ਹੀ ਨੇ 2 ਕਾਰਬਨ ਦੇ, ਇੱਕ ਤਾਂ ਆਹ ਵਾਲੇ ਸ਼ੇਅਰਡ ਪੇਅਰ ਨੂੰ ਜ਼ਿਆਦਾ ਖਿੱਚੂਗਾ ਆਪਣੇ ਵੱਲ, 2 ਤਾਂ ਇੱਥੋਂ ਖਿੱਚ ਲਏ, ਇੱਕ ਮੈਗਨੀਸ਼ੀਅਮ ਤੋਂ ਖਿੱਚੂਗਾ, ਇੱਥੇ ਵੀ ਬੌਂਡ ਹੈ ਨਾ, ਤਾਂ ਕੁੱਲ ਮਿਲਾ ਕੇ ਇਹਨੇ ਕਿੰਨੇ ਐਕਸਟਰਾ ਸ਼ੇਅਰਡ ਪੇਅਰ ਆਪਣੇ ਵੱਲ ਖਿੱਚ ਲਏ। ਠੀਕ ਹੈ, ਐਂ ਕਹੋ ਵੀ ਕਿੰਨੇ ਐਕਸਟਰਾ ਇਲੈਕਟ੍ਰੋਨ ਖਿੱਚ ਲਏ। ਠੀਕ ਹੈ, ਕਿਉਂਕਿ ਸ਼ੇਅਰਡ ਪੇਅਰ ਤਾਂ ਆਪਾਂ ਉਰੇ ਐਂ ਕਹ ਲਓ ਵੀ 2 ਸ਼ੇਅਰਡ ਪੇਅਰ ਨੇ ਪਰ ਇੱਕ ਡਬਲ ਬੌਂਡ ਵੀ ਹੈ ਵਿੱਚ। ਠੀਕ ਹੈ, ਸੋ 2 ਇਲੈਕਟ੍ਰੋਨ ਉਰੋਂ ਫਾਲਤੂ ਖਿੱਚ ਲਏ, ਇੱਕ ਉਰੋਂ ਖਿੱਚ ਲਿਆ, ਤਾਂ -3 ਇਹਦੇ 'ਤੇ ਆ ਰਾਜੇ। ਠੀਕ ਹੈ, ਮੈਗਨੀਸ਼ੀਅਮ 'ਤੇ + ਹੀ ਹੈ, ਸੋ -3 ਤਾਂ ਖਤਮ ਹੋਊਗਾ ਜੇ ਇਹ ਆਟੋਮੈਟਿਕਲੀ 3H ਪੋਜ਼ੀਟਿਵ ਲਵੇ। ਠੀਕ ਹੈ, ਸੋ ਇਹਨੂੰ ਚਾਹੇ ਬੈਲੈਂਸ ਕਰ ਲਓ ਐਵੇਂ। ਠੀਕ ਹੈ, ਤਾਂ ਵਾਟਰ ਡੀਕੰਪੋਜ਼ ਹੋਊਗਾ, ਜਦੋਂ ਵਾਟਰ ਡੀਕੰਪੋਜ਼ ਹੋਊਗਾ ਤਾਂ ਉਹਦੇ ਵਿੱਚੋਂ ਜਿਹੜਾ N ਹੈਗਾ ਉਹਨੂੰ ਜਿੰਨੇ ਰਿਕੁਆਇਰਡ ਚਾਹੀਦੇ ਹੋਣਗੇ ਉਹ ਨਿਕਲ ਜੂਗਾ ਲੈ ਕੇ, ਕੀ ਬਣ ਕੇ ਐਮੋਨੀਆ। ਠੀਕ ਹੈ, ਔਰ ਇਹ ਹਮੇਸ਼ਾ ਦੀ ਤਰ੍ਹਾਂ ਜਿਵੇਂ ਹਮੇਸ਼ਾ ਨਿਕਲਦਾ ਹੁੰਦਾ MgOH Br। ਠੀਕ ਹੈ, ਔਰ ਮੇਨ ਪ੍ਰੋਡਕਟ ਆਪਣਾ ਬਣ ਜਾਏਗਾ CH3CHO। ਠੀਕ ਹੈ, ਐਸਟਲਡੀਹਾਈਡ। ਸੋ ਇਹ ਲੇਕਿਨ ਇੱਥੇ ਇੱਕ ਗੱਲ ਯਾਦ ਰੱਖਣੀ ਹੈ ਤੁਸੀਂ ਕਿ ਸਿਰਫ ਇੱਕੋ ਹੀ ਸਾਇਨਾਈਡ, ਇਹਨੂੰ ਆਪਾਂ ਬੋਲਦੇ ਹਾਂ ਹਾਈਡਰੋਜਨ ਸਾਇਨਾਈਡ ਜਾਂ ਇਹਨੂੰ ਬੋਲਦੇ ਨੇ ਹਾਈਡਰੋਸਿਆਨਿਕ ਐਸਿਡ, ਇੱਕੋ ਹੀ ਨਾਈਟਰਾਈਲ, ਸਾਇਨਾਈਡਸ ਨੂੰ ਆਪਾਂ IUP ਸਿਸਟਮ 'ਚ ਨਾਈਟਰਾਈਲ ਬੋਲਦੇ ਹਾਂ, ਸਿਰਫ ਇੱਕੋ ਹੀ ਨਾਈਟਰਾਈਲ ਆਪਾਂ ਯੂਜ਼ ਕਰ ਸਕਦੇ ਹਾਂ ਐਲਡੀਹਾਈਡ ਬਣਾਉਣ ਲਈ, ਉਹ ਹੈਗਾ HCN। ਐਕਸੈਪਟ HCN all other nitriles like CH3CN, CH3CH2CN, ਈਵਨ ਬੈਂਜ਼ੋਨਾਈਟਰਾਈਲ, ਬੈਂਜ਼ੀਨ ਅਗਰ CN ਲੱਗਿਆ ਹੋਵੇ, ਉਹ ਸਾਰੇ ਕੀਟੋਨ ਬਣਾ ਲਈ ਯੂਜ਼ ਹੋਣਗੇ, ਸਿਰਫ ਇੱਕ ਇਕੱਲਾ ਯੂਜ਼ ਹੁੰਦਾ ਹੈ। ਠੀਕ ਹੈ, ਉਹ ਕੀਟੋਨ ਬਣਾ ਲਈ ਯੂਜ਼ ਹੁੰਦੇ ਨੇ, ਤਾਂ ਉਹਦੀ ਵੀ ਆਪਾਂ ਗੱਲ ਕਰਾਂਗੇ, ਪਰ ਫਿਲਹਾਲ ਆਪਾਂ ਇਕੱਲਾ ਐਲਡੀਹਾਈਡ ਦੀ ਗੱਲ ਕਰ ਰਹੇ ਹਾਂ। ਅਤੇ ਇੱਕ ਤੁਸੀਂ ਆਪਣੇ ਆਪ ਵੀ ਕਰਕੇ ਦੇਖ ਲਿਓ, ਚਾਹੇ ਤੁਸੀਂ ਗ੍ਰਿਗਨਾਰਡ ਰੀਏਜੈਂਟ ਚੇਂਜ ਕਰਕੇ ਦੇਖ ਲਓ, ਜੇ ਉਹਦੇ ਤੁਸੀਂ CH3 MgBr ਦੀ ਜਗ੍ਹਾ 'ਤੇ CH3 CH2 MgBr ਜਾਣੀ ਕਿ ਮਿਥਾਈਲ ਮੈਗਨੀਸ਼ੀਅਮ ਬ੍ਰੋਮਾਈਡ ਦੀ ਜਗ੍ਹਾ 'ਤੇ ਇਥਾਈਲ ਮੈਗਨੀਸ਼ੀਅਮ ਬ੍ਰੋਮਾਈਡ ਲੈ ਕੇ ਦੇਖ ਲਓ, ਤਾਂ ਵੀ ਐਲਡੀਹਾਈਡ ਹੀ ਬਣੂਗਾ ਰਾਜੇ। ਠੀਕ ਹੈ, ਫਿਰ ਉਹ ਕਿਹੜਾ ਬਣ ਜੂ, ਫਿਰ ਉਹ ਪ੍ਰੋਪੇਨਲ ਬਣ ਜੂਗਾ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਸਿਰਫ HCN ਇੱਕ ਨਾਈਟਰਾਈਲ ਹੈ ਜਾਂ ਸਾਇਨਾਈਡ ਹੈ ਜੋ ਆਪਾਂ ਐਲਡੀਹਾਈਡ ਬਣਾ ਲਈ ਯੂਜ਼ ਕਰ ਸਕਦੇ ਹਾਂ ਵਿਦ ਦੀ ਹੈਲਪ ਆਫ ਗ੍ਰਿਗਨਾਰਡ ਰੀਏਜੈਂਟ, ਹੋਰ ਨਹੀਂ ਕੋਈ ਯੂਜ਼ ਕਰ ਸਕਦੇ, ਉਹ ਕੀਟੋਨ ਹੀ ਬਣਾਊਗਾ, ਉਹ ਆਉਣ ਵਾਲੀ ਉਹ ਵੀ ਆਪਾਂ ਨੂੰ। ਤਾਂ ਇਹ ਸੀ ਰਾਜੇ D ਮੈਥਡ। ਜਿਹੜਾ ਰਾਜੇ E ਮੈਥਡ ਹੈ ਉਹ ਕਰਨ ਦੀ ਲੋੜ ਨਹੀਂ ਹੈ, ਬਿਕੋਜ਼ ਵੈਸੇ ਨਹੀਂ ਤੁਸੀਂ ਤਾਂ ਕਰਨਾ ਹੈਗਾ, ਆਪਾਂ ਬਹੁਤ ਵਾਰ ਕਰ ਚੁੱਕੇ ਹਾਂ ਰਾਜੇ। E ਮੈਥਡ ਇਜ਼ ਬਾਏ ਫਰੋਮ ਕਹਿ ਲਓ ਚਾਹੇ
ਫਰੋਮ ਫਿਨੋਲਸ, ਇਹ ਆਪਾਂ ਕਰ ਚੁੱਕੇ ਹਾਂ। ਇਹਦੇ ਵਿੱਚ ਤੁਸੀਂ ਕੀ ਪੜ੍ਹਨਾ ਹੈਗਾ, ਇਹਦੇ ਵਿੱਚ ਤੁਸੀਂ ਪੜ੍ਹਨੀ ਹੈ, ਤੁਹਾਨੂੰ ਯਾਦ ਆ ਜਾਊਗਾ, ਰੀਮਨ ਤੀਮਨ ਰਿਐਕਸ਼ਨ। ਔਰ ਰੀਮਨ ਤੀਮਨ ਰਿਐਕਸ਼ਨ ਆਪਾਂ ਬਹੁਤ ਵਾਰ ਕੀਤੀ ਹੈ। ਸੋਚ ਕੇ ਦੇਖੋਗੇ ਰੀਮਨ ਤੀਮਨ ਰਿਐਕਸ਼ਨ ਦੇ ਵਿੱਚ ਕਿਹੜਾ ਐਲਡੀਹਾਈਡ ਬਣਦਾ, 2 ਹਾਈਡਰੋਕਸੀ ਬੈਂਜ਼ਲਡੀਹਾਈਡ, 2 ਹਾਈਡਰੋਕਸੀ ਬੈਂਜ਼ਲਡੀਹਾਈਡ, ਜਿਹਨੂੰ ਆਪਾਂ ਕਮਰਸ਼ੀਅਲੀ ਕੀ ਬੋਲਦੇ ਹੁੰਦੇ ਸੀ, ਸੈਲੀਸਾਈਲ ਐਲਡੀਹਾਈਡ। ਸੋ ਇਹ ਰੈਪੀਟੀਸ਼ਨ ਆ ਰਾਜੇ, ਇਹ ਤੁਸੀਂ ਆਪਣੇ ਆਪ ਕਰਨਾ, ਉਹੀ ਆ, ਇੱਕ ਪੁਆਇੰਟ ਦਾ ਵੀ ਫਰਕ ਨਹੀਂ ਹੈ, ਠੀਕ ਹੈ। ਸੋ ਇਹ ਸਾਰੇ ਜਿਹੜੇ ਮੈਥਡ ਨੇ ਰਾਜੇ ਆਪਣੇ ਫਿਨਿਸ਼ ਹੋ ਗਏ, ਪ੍ਰੈਪਰੇਟਰੀ ਪੁਆਇੰਟਸ ਆਫ ਐਲਡੀਹਾਈਡਸ ਓਨਲੀ। ਨੈਕਸਟ ਜਿਹੜਾ ਆਪਾਂ ਕੰਮ ਸਟਾਰਟ ਕਰਾਂਗੇ ਉਹ ਹੋਊਗਾ ਪ੍ਰੈਪਰੇਟਰੀ ਪੁਆਇੰਟਸ ਆਫ ਕੀਟੋਨਸ ਓਨਲੀ, ਜਿਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਸਾਇਨਾਈਡ ਦਾ ਸਟਾਰਟ ਕਰੂੰਗਾ, ਇਹੀ ਸੇਮ ਗ੍ਰਿਗਨਰੀਐਂਟ ਦੇ ਨਾਲ, ਠੀਕ ਹੈ।